ਠੇਕੇਦਾਰਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਚੱਲ ਰਹੇ ਨੇ? ਠੇਕੇਦਾਰਾਂ ਦੇ ਹਾਲਾਤ ਬਹੁਤ ਮੰਦੇ ਹਨ। ਠੇਕੇਦਾਰ ਆਦੇ ਜ਼ਿਮੀਂਦਾਰਾਂ ਨਾਲ ਰਾਬਤੇ ਕਰ ਰਹੇ ਨੇ ਵੀ ਸਾਨੂੰ ਠੇਕੇ ਦੇ ਵਿੱਚ ਕੋਈ ਰਾਇਤ ਦਿੱਤੀ ਜਾਵੇ। ਅੱਛਾ। ਜ਼ਿਮੀਂਦਾਰਾਂ ਦੇ ਕੋਲ ਵੀ ਜ਼ਮੀਨ ਤੋਂ ਇਲਾਵਾ ਕੋਈ ਵਸਾਇਲ ਨਹੀਂ। ਜ਼ਿਮੀਂਦਾਰ ਵੀ ਜਿਹੜਾ 100 ਕਿੱਲੇ ਦਾ ਮਾਲਕ ਸੀ ਹੈਗਾ ਆ ਤੇ ਉਹ 25-50 ਦਾ ਹੋਇਆ ਪਿਆ, ਉਹਨਾਂ ਦੇ ਵਿੱਚ ਵੀ ਡਿਵਾਈਡ ਹੋਈਆਂ ਪਈਆਂ ਨੇ। ਅਗਰ ਜ਼ਿਮੀਂਦਾਰ ਰਾਇਤ ਨਹੀਂ ਕਰਦੇ ਤੇ ਜ਼ਹਿਰੀ ਗੱਲ ਹੈ, ਜਿਹੜੇ ਠੇਕੇਦਾਰ ਨੇ 40,000 30,000 ਦਾ ਕਿੱਲਾ ਹੈ, ਉਹ ਅਗਰ ਛੱਡ ਜਾਸਨ ਤੇ ਜ਼ਿਮੀਂਦਾਰ ਵੀ ਕੀ ਕਰਸਨ। ਇਹਦੇ ਵਿੱਚ ਜਿਹੜੇ ਅਲਫਾਜ਼ ਹਨ ਨਾ, ਉਹ ਨਾ ਠੇਕੇਦਾਰ ਦੇ ਹੱਕ 'ਚ ਬੋਲੇ ਜਾਂਦੇ ਨੇ, ਨਾ ਉਹ ਜ਼ਿਮੀਂਦਾਰ ਦੇ ਹੱਕ 'ਚ ਬੋਲੇ ਜਾਂਦੇ ਨੇ, ਕਿਉਂਕਿ ਜ਼ਿਮੀਂਦਾਰ ਕੋਲ ਇਸ ਤੋਂ ਇਲਾਵਾ ਕੋਈ ਨਹੀਂ। ਲੇਕਿਨ ਜ਼ਿਮੀਂਦਾਰ ਦੀ ਜ਼ਮੀਨ ਦੀ ਬਚਤ ਦਾ ਸਵਾਲ ਹੈ, ਉਹਦੀ ਰੋਜ਼ੀ ਦਾ ਸਵਾਲ ਹੈ, ਠੇਕੇਦਾਰ ਦੀ ਵੀ ਰੋਜ਼ੀ ਦਾ ਸਵਾਲ ਹੈ। ਜ਼ਿਮੀਂਦਾਰਾਂ ਨੂੰ ਰਿਆਇਤ ਕਰਨੀ ਚਾਹੀਦੀ ਹੈ। ਹੁਣ ਠੇਕੇਦਾਰ ਦਾ ਅਹਿਸਾਸ ਕਰਨਾ ਚਾਹੀਦਾ, ਕਿਉਂਕਿ ਜ਼ਿਮੀਂਦਾਰ ਨੂੰ ਤਾਂ ਅਸੀਂ ਡਾਇਰੈਕਟ ਮਿਲ ਸਕਨੇ ਆ, ਉਹ ਖੁਦ ਗਰਾਊਂਡ ਰਿਐਲਿਟੀ ਨੂੰ ਸਮਝਦੇ ਹਨ ਕਿ 40,000 ਦੇ ਵਿੱਚ ਇੱਕ ਥੈਲਾ ਬੀਂ ਦਾ ਨਹੀਂ ਆ ਰਿਹਾ। ਕਿਸ ਤਰ੍ਹਾਂ ਅਗਲੀ ਫਸਲ ਦੇ ਵਿੱਚ ਜਿਹੜਾ ਹੈ ਨਾ, ਅਗਲੀ ਫਸਲ ਠੇਕੇਦਾਰ ਉਗਾਵਣਗੇ। ਸਹੀ ਗੱਲ ਹੈ। ਠੇਕੇਦਾਰਾਂ ਨੂੰ ਬਿਲਕੁਲ ਰਿਆਇਤ ਕਰਨੀ ਚਾਹੀਦੀ ਹੈ, ਔਰ ਇਹ ਉਹਨਾਂ ਦਾ ਵੱਡਾ ਪਨ ਹੋਵੇਗਾ ਮਾਲਕਾਂ ਦਾ ਜਿਹੜੇ ਰਿਆਇਤ ਕਰਨਗੇ। ਲੇਕਿਨ ਇਹ ਅਗਰ ਜਿਹੜੇ ਨਹੀਂ ਰਿਆਇਤ ਕਰਨਗੇ, ਠੇਕੇਦਾਰ ਨੂੰ ਛੱਡ ਕੇ ਜਾ ਰਹੇ ਨੇ। ਸਹੀ ਗੱਲ ਹੈ ਵੀ ਅਗਰ ਨਹੀਂ ਕਰਦੇ ਤਾਂ ਉਹਨਾਂ ਤੋਂ ਠੇਕੇਦਾਰਾਂ ਤੋਂ ਦਿੱਤਾ ਹੀ ਨਹੀਂ ਜਾਣਾ ਠੇਕਾ। ਨਹੀਂ ਸਾ ਠੇਕੇਦਾਰਾਂ ਤੋਂ ਠੇਕਾ 40,000 ਜਿਹੜੇ ਬੰਦੇ ਨੇ ਇਹਦੇ ਉੱਤੇ ਧਾਨ ਦਾ ਜਿਹੜਾ ਟੋਟਲ ਪੈਸਾ ਹੁੰਦਾ ਆਲੂ ਦੇ ਉੱਤੇ ਇਨਵੈਸਟ ਹੋ ਜਾਂਦਾ ਹੈ। ਕਿਉਂਕਿ ਆਲੂ ਜਿਸ ਟਾਈਮ ਅੰਦਰ ਜ਼ਮੀਨ ਦੇ ਜਾਂਦਾ ਹੈ 1,20,000 30,000 ਰੁਪਇਆ ਲੈ ਕੇ ਜਾਂਦਾ। ਆਲੂ ਦਾ ਹੁਣ ਸ਼ਦੀਦ ਮੰਦਾ ਚੱਲ ਰਿਹਾ ਹੈ। ਆਲੂ ਤੁਸੀਂ ਕਹਿ ਸਕਦੇ ਨੇ ਨਾ ਹੋਣ ਦੇ ਬਰਾਬਰ ਹੈ।